ਭਾਰਤੀ ਸੰਵਿਧਾਨ ਲਿਖਣ ਵਾਲੇ ਡਾਕਟਰ ਅੰਬੇਦਕਰ ਸਾਹਿਬ ਜੀ ਨੇ ਆਖਿਆ ਸੀ, ਸੰਵਿਧਾਨ ਜਿੰਨਾ ਮਰਜ਼ੀ ਚੰਗਾ ਕਿਉਂ ਨਾ ਹੋਵੇ, ਜੇਕਰ ਉਸ ਨੂੰ ਲਾਗੂ ਕਰਨ ਵਾਲੇ ਬੇਈਮਾਨ ਲੀਡਰ ਨੇ ਤਾਂ ਇੱਕ ਚੰਗਾ ਸੰਵਿਧਾਨ ਵੀ ਭੈੜਾ ਸਾਬਤ ਹੋਵੇਗਾ। ਤੇ ਦੂਜਾ ਪੱਖ ਰੱਖਦਾ ਹੋਇਆ ਬਾਬਾ ਸਾਹਿਬ ਜੀ ਨੇ ਇਹ ਵੀ ਸਪਸ਼ਟ ਔਰ ਕਲੀਅਰ ਕਰ ਦਿੱਤਾ ਸੀ, ਸੰਵਿਧਾਨ ਜਿੰਨਾ ਮਰਜ਼ੀ ਬੁਰਾ ਕਿਉਂ ਨਾ ਹੋਵੇ, ਜੇਕਰ ਉਸ ਨੂੰ ਲਾਗੂ ਕਰਨ ਵਾਲੇ ਲੀਡਰ ਇਮਾਨਦਾਰ ਨੇ ਤਾਂ ਇੱਕ ਬੁਰਾ ਸੰਵਿਧਾਨ ਵੀ ਚੰਗਾ ਸਾਬਤ ਹੋਵੇਗਾ, ਕਿਉਂਕਿ ਉਹ ਲੀਡਰਾਂ 'ਤੇ ਨਿਰਭਰ ਕਰਦਾ, ਸੰਵਿਧਾਨ ਚਲਾਉਣ ਵਾਲਿਆਂ 'ਤੇ ਨਿਰਭਰ ਕਰਦਾ ਹੈ ਕਿ ਉਹਨਾਂ ਨੇ ਸੰਵਿਧਾਨ ਨੂੰ ਦੇਸ਼ ਉੱਤੇ ਕਿਵੇਂ ਲਾਗੂ ਕਰਨਾ ਹੈ। ਅਸੀਂ ਜਦੋਂ ਫੋਰਨ ਕੰਟਰੀਆਂ ਵੱਲ ਵੇਖਦੇ ਹਾਂ, ਵਿਕਸਿਤ ਦੇਸ਼ਾਂ ਵੱਲ ਵੇਖਦੇ ਹਾਂ ਕਿ ਉੱਧਰ ਵੱਡੀਆਂ ਵੱਡੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਨੇ, ਉੱਧਰ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ, ਉੱਧਰ ਮੈਡੀਕਲ ਸਹੂਲਤ ਫ੍ਰੀ ਹੈ, ਐਜੂਕੇਸ਼ਨ ਸਹੂਲਤ ਫ੍ਰੀ ਹੈ, ਉਹਨਾਂ ਸਾਰਿਆਂ ਦੇ ਕੋਲ ਨੌਕਰੀਆਂ ਹਨ ਅਤੇ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਉਹਨਾਂ ਤੱਕ ਭੱਤਾ ਮਿਲਦਾ ਹੈ, ਰੁਜ਼ਗਾਰ ਭੱਤਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਿਨ੍ਹਾਂ ਤੱਕ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ। ਉਹਦਾ ਕਾਰਨ ਪਤਾ ਕੀ ਹੈ? ਉਹਦਾ ਕਾਰਨ ਇਹੀ ਹੈ ਕਿ ਉਹਨਾਂ ਦੇਸ਼ਾਂ ਦੇ ਵਿੱਚ ਇਮਾਨਦਾਰ ਲੀਡਰਾਂ ਨੇ ਇਮਾਨਦਾਰੀ ਦੇ ਨਾਲ ਸੰਵਿਧਾਨ ਨੂੰ ਲਾਗੂ ਕੀਤਾ ਹੈ, ਜੋ ਉਹਨਾਂ ਦੀ ਕੰਟਰੀ ਦਾ, ਦੇਸ਼ ਦਾ ਸੰਵਿਧਾਨ ਹੈ। ਤਾਈਓਂ ਤਾਂ ਫੋਰਨ ਕੰਟਰੀਆਂ ਦੀਆਂ ਜਿਹੜੀਆਂ ਬੱਚੀਆਂ ਨੇ, ਧੀਆਂ ਨੇ, ਭੈਣਾਂ ਨੇ, ਔਰਤਾਂ ਨੇ, ਉਹ ਆਜ਼ਾਦੀ ਨਾਲ ਘੁੰਮ ਰਹੀਆਂ ਨੇ। ਅੱਧੀ ਰਾਤ ਨੂੰ 12, 1, 2, 3 ਵੀ ਰਾਤ ਦੇ ਵੱਜੇ ਹੋਣ, ਜਿੱਧਰ ਨੂੰ ਮਰਜ਼ੀ ਚਲੇ ਜਾਣ, ਉਹਨਾਂ ਨੂੰ ਕੋਈ ਖੌਫ ਨਹੀਂ, ਕੋਈ ਡਰ ਨਹੀਂ। ਕਾਰਨ ਪਤਾ ਕੀ ਹੈ? ਉੱਥੇ ਜਿਹੜਾ ਕਾਨੂੰਨ ਹੈ ਡੰਡੇ ਦੇ ਜ਼ੋਰ 'ਤੇ ਲਾਗੂ ਕੀਤਾ ਹੈ। ਜਿਹੜਾ ਕਾਨੂੰਨ ਦੀ ਉਲੰਘਣਾ ਕਰੇਗਾ, ਭਾਵੇਂ ਉਹ ਅਮੀਰ ਤੋਂ ਅਮੀਰ ਹੋਵੇ, ਭਾਵੇਂ ਉਹ ਗਰੀਬ ਤੋਂ ਗਰੀਬ ਹੋਵੇ, ਭਾਵੇਂ ਉਹ ਮੱਧਮ ਵਰਗ ਦਾ ਹੋਵੇ, ਸਾਰਿਆਂ ਲਈ ਕਾਨੂੰਨ ਇੱਕੋ ਹੀ ਸਜ਼ਾ ਦਿੰਦਾ ਹੈ ਤੇ ਕਿਸੇ ਨੂੰ ਨਹੀਂ ਬਖਸ਼ਦਾ। ਤੇ ਜੇ ਗਲਤੀ ਹੁੰਦੀ ਹੈ ਤਾਂ ਗਲਤੀ ਦੀ ਜਿਹੜੀ ਸਜ਼ਾ ਨਿਸ਼ਚਿਤ ਕੀਤੀ ਹੈ ਉਹ ਮਿਲਦੀ ਹੈ। ਪਰ ਸਾਡੇ ਇੱਥੇ ਕੰਮ ਉਲਟ ਹੈ। ਸੰਵਿਧਾਨ ਤਾਂ ਸਾਡੇ ਦੇਸ਼ ਵਿੱਚ ਵੀ ਹੈ, ਪਰ ਇਹ ਕਾਗਜ਼ਾਂ ਦੇ ਵਿੱਚ ਲਾਗੂ ਕੀਤਾ ਹੋਇਆ, ਇੰਪਲੀਮੈਂਟ ਕੀਤਾ ਹੋਇਆ, ਉਸ ਤਰ੍ਹਾਂ ਕਾਨੂੰਨੀ ਤੌਰ 'ਤੇ ਲਾਗੂ ਨਹੀਂ। ਇੱਥੇ ਤਾਂ ਸਾਡੇ ਦੇਸ਼ ਦੇ ਕਾਨੂੰਨ ਦੀਆਂ, ਸੰਵਿਧਾਨ ਦੀਆਂ ਸਾਡੇ ਲੀਡਰ ਹੀ ਧੱਜੀਆਂ ਉਡਾਈ ਜਾਂਦੇ ਨੇ। ਜਿਹੜੇ ਲੋਕਾਂ ਨੂੰ, ਜਿਹੜੇ ਆਮ ਪਬਲਿਕ ਨੂੰ ਸੰਵਿਧਾਨ ਬਾਰੇ ਪਤਾ ਨਹੀਂ, ਉਹਨਾਂ ਨੇ ਤਾਂ ਉਡਾਉਣੀਆਂ ਨੇ। ਮੈਂ ਕਈ ਵਾਰ ਇਹ ਬੇਨਤੀ ਕਰਦਾ ਹੁੰਦਾ ਤੇ ਅੱਜ ਵੀ ਮੈਂ ਕਰ ਦਿੰਦਾ, ਜਿੰਨਾ ਤੱਕ ਸਾਡੇ ਦੇਸ਼ ਦਾ ਸੰਵਿਧਾਨ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਲਾਗੂ ਨਹੀਂ ਹੁੰਦਾ, ਬੱਚਿਆਂ ਦੇ ਸਿਲੇਬਸ ਦੇ ਵਿੱਚ ਨਹੀਂ ਆਉਂਦਾ, ਉਹਨਾਂ ਤੱਕ, ਆਮ ਲੋਕਾਂ ਤੱਕ ਸੰਵਿਧਾਨ ਪਹੁੰਚਣਾ ਬਹੁਤ ਮੁਸ਼ਕਿਲ ਹੈ। ਸਾਡੀ ਸੈਂਟਰ ਸਰਕਾਰ ਦਾ ਫਰਜ਼ ਬਣਦਾ ਹੈ, ਕੇਂਦਰ ਸਰਕਾਰ ਭਾਰਤੀ ਸੰਵਿਧਾਨ ਨੂੰ ਵੱਖ-ਵੱਖ ਸਟੇਟਾਂ ਦੇ ਵਿੱਚ ਲਾਗੂ ਕਰਵਾਵੇ। ਜਿਹੜੀ ਸਟੇਟਾਂ ਦੀ ਉਹਨਾਂ ਦੀ ਆਪਣੀ ਭਾਸ਼ਾ ਹੈ, ਉਸ ਭਾਸ਼ਾ ਦੇ ਵਿੱਚ ਜਦੋਂ ਸੰਵਿਧਾਨ ਨੂੰ ਲਾਗੂ ਕਰਕੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਤਾਂ ਆਮ ਤੋਂ ਆਮ ਬੱਚੇ ਨੂੰ, ਗਰੀਬ ਤੋਂ ਗਰੀਬ ਘਰ ਦੇ ਬੱਚੇ ਨੂੰ ਵੀ ਸੰਵਿਧਾਨ ਬਾਰੇ, ਕਾਨੂੰਨ ਬਾਰੇ ਪਤਾ ਲੱਗ ਜਾਏਗਾ। ਜਿਨ੍ਹਾਂ ਨੂੰ ਕਾਨੂੰਨ ਬਾਰੇ ਪਤਾ ਹੁੰਦਾ ਨਾ, ਫਿਰ ਉਹ ਕਾਨੂੰਨ ਦੀਆਂ ਧੱਜੀਆਂ ਨਹੀਂ ਉਡਾਉਂਦੇ। ਪਤਾ ਵੀ ਜੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਤਾਂ ਸਾਨੂੰ ਇਹ ਸਜ਼ਾ ਮਿਲੇਗੀ। ਤੇ ਸਾਡੇ ਦੇਸ਼ ਦੇ ਵਿੱਚ ਜਿਹੜਾ ਸੰਵਿਧਾਨ ਹੈ ਉਹ ਸਾਡੇ ਲੀਡਰਾਂ ਨੂੰ ਨਹੀਂ ਪਤਾ, ਆਮ ਲੋਕਾਂ ਨੂੰ ਜਾਂ ਮੇਰੇ ਵਰਗਿਆਂ ਨੂੰ ਕਿੱਥੇ ਪਤਾ ਹੋਏਗਾ। ਕਹਿਣ ਦਾ ਮਤਲਬ ਇਹੀ ਹੈ, ਜੇ ਬਾਹਰਲੇ ਦੇਸ਼ਾਂ ਦੀਆਂ ਤਰੱਕੀਆਂ ਹੋਈਆਂ ਨੇ ਤਾਂ ਉਹਨਾਂ ਦੇ ਸੰਵਿਧਾਨ ਨੇ ਕੀਤੀਆਂ ਨੇ। ਸਾਡਾ ਸੰਵਿਧਾਨ ਵੀ ਸਾਨੂੰ ਰੁਜ਼ਗਾਰ ਦੇ ਰਿਹਾ ਹੈ, ਸਾਡਾ ਸੰਵਿਧਾਨ ਵੀ ਸਾਨੂੰ ਨੌਕਰੀਆਂ ਦੇ ਰਿਹਾ ਹੈ, ਸਾਡਾ ਸੰਵਿਧਾਨ ਵੀ ਸਾਨੂੰ ਮੈਡੀਕਲ ਸਹੂਲਤ ਦੇ ਰਿਹਾ ਹੈ, ਸਾਡਾ ਸੰਵਿਧਾਨ ਵੀ ਸਾਨੂੰ ਫ੍ਰੀ ਐਜੂਕੇਸ਼ਨ ਦੇ ਰਿਹਾ ਹੈ, ਸਾਡਾ ਸੰਵਿਧਾਨ ਵੀ ਸਾਨੂੰ ਗਰੀਬੀ ਦੀ ਦਲਦਲ ਦੇ ਵਿੱਚੋਂ ਕੱਢ ਰਿਹਾ ਹੈ, ਸਾਡਾ ਸੰਵਿਧਾਨ ਵੀ ਸਾਨੂੰ ਬਿਮਾਰੀਆਂ ਤੋਂ ਮੁਕਤ ਕਰ ਰਿਹਾ ਹੈ, ਸਾਡਾ ਸੰਵਿਧਾਨ ਵੀ ਸਾਨੂੰ ਉੱਚੀਆਂ ਬੁਲੰਦੀਆਂ 'ਤੇ ਪਹੁੰਚਾਉਣਾ ਚਾਹੁੰਦਾ ਹੈ। ਪਰ ਗੱਲ ਇੱਕ ਹੈ ਕਿ ਸਾਡੇ ਸੰਵਿਧਾਨ ਨੂੰ, ਭਾਰਤ ਦੇਸ਼ ਦੇ ਸੰਵਿਧਾਨ ਨੂੰ ਇੱਥੇ ਇਮਾਨਦਾਰ ਲੀਡਰ ਇਮਾਨਦਾਰੀ ਦੇ ਨਾਲ ਲਾਗੂ ਕਰ ਦੇਣ ਤਾਂ ਸਾਡਾ ਦੇਸ਼ ਵੀ ਬਾਹਰਲੀਆਂ ਕੰਟਰੀਆਂ ਵਾਂਗ ਵਿਕਸਿਤ ਹੋ ਜਾਏਗਾ। ਜਿਵੇਂ ਭਾਰਤ ਪਹਿਲਾਂ ਸੋਨੇ ਦੀ ਚਿੜੀ ਅਖਵਾਉਂਦਾ ਸੀ, ਮੈਨੂੰ ਲੱਗਦਾ ਵੀ ਫੇਰ ਇਹ ਸਾਡਾ ਭਾਰਤ ਸੋਨੇ ਦੀ ਚਿੜੀ ਬਣ ਜਾਏਗਾ। ਸਾਡੇ ਦੇਸ਼ ਦੇ ਵਿੱਚ
ਅਨਾਜ ਪੈਦਾ ਹੁੰਦਾ, ਸਾਡੇ ਦੇਸ਼ ਦੇ ਵਿੱਚ ਹਰ ਇੱਕ ਸਹੂਲਤ ਮਿਲਦੀ ਹੈ। ਮੈਨੂੰ ਲੱਗਦਾ ਜੇ ਸੰਵਿਧਾਨ ਇਮਾਨਦਾਰੀ ਨਾਲ ਸਾਡੇ ਦੇਸ਼ 'ਤੇ ਲਾਗੂ ਕਰ ਦਿੱਤਾ ਤਾਂ ਗੋਰੇ ਅੰਗਰੇਜ਼ ਸਾਡੇ ਦੇਸ਼ ਵਿੱਚ ਨੌਕਰੀ ਕਰਨ ਆਇਆ ਕਰਨਗੇ। ਜਿਵੇਂ ਅੱਜ ਸਾਡੇ ਬੱਚੇ ਬੱਚੀਆਂ ਸਾਡੇ ਪਿਆਰੇ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ਾਂ ਵਿੱਚ ਜਾ ਰਹੇ ਨੇ, ਕਿਉਂਕਿ ਇੱਥੇ ਰੁਜ਼ਗਾਰ ਨਹੀਂ। ਸੰਵਿਧਾਨ ਰੁਜ਼ਗਾਰ ਪੈਦਾ ਕਰਦਾ ਹੈ, ਨੌਕਰੀਆਂ ਪੈਦਾ ਕਰਦਾ ਹੈ। ਗੱਲ ਤਾਂ ਇਹ ਹੈ ਕਿ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਹੈ ਜਾਂ ਨਹੀਂ। ਕਾਗਜ਼ਾਂ ਵਿੱਚ ਲਾਗੂ ਹੈ, ਉਸ ਤਰ੍ਹਾਂ ਕਾਨੂੰਨੀ ਤੌਰ 'ਤੇ ਲਾਗੂ ਨਹੀਂ, ਅਤੇ ਤਾਈਓਂ ਤਾਂ ਸਾਡਾ ਦੇਸ਼ ਵਿਕਸਿਤ ਨਹੀਂ ਹੋ ਰਿਹਾ। ਉਹ ਦੇਸ਼ ਬੁਲੰਦੀਆਂ 'ਤੇ ਚਲੇ ਜਾਂਦੇ ਨੇ, ਉਹ ਜਿਨ੍ਹਾਂ ਦੇ ਸੰਵਿਧਾਨ ਦੇਸ਼ ਨੂੰ ਚਲਾਉਂਦੇ ਨੇ, ਪਰ ਸਾਡੇ ਇਸ ਦੇਸ਼ ਦੇ ਸੰਵਿਧਾਨ ਨੂੰ ਪਰੇ ਰੱਖ ਕੇ ਧਰਮਾਂ ਨੂੰ ਅੱਗੇ ਚਲਾਇਆ ਜਾ ਰਿਹਾ ਹੈ। ਜਦ ਕਿ ਸੰਵਿਧਾਨ ਸਾਰੇ ਧਰਮਾਂ ਤੋਂ ਉੱਪਰ ਹੈ, ਇਨਸਾਨੀਅਤ ਦੀ ਗੱਲ ਕਰਦਾ ਹੈ, ਪਰ ਖਿਮਾ ਕਰਨਾ, ਮਾਫ ਕਰਨਾ, ਇਹ ਸੰਵਿਧਾਨ ਨੂੰ ਧਰਮ ਦੇ ਥੱਲੇ ਚਲਾਇਆ ਜਾ ਰਿਹਾ ਹੈ ਅਤੇ ਸੰਵਿਧਾਨ ਦੀਆਂ ਸ਼ਰੇਆਮ ਧੱਜੀਆਂ ਉੱਡ ਰਹੀਆਂ ਨੇ। ਮੈਂ ਇਹੀ ਬੇਨਤੀ ਸਾਰਿਆਂ ਨੂੰ ਕਰਨਾ ਚਾਹੁੰਦਾ ਕਿ ਜੇ ਅਸੀਂ ਆਪਣੇ ਦੇਸ਼ ਨੂੰ ਵਿਕਸਿਤ ਕਰਨਾ ਹੈ, ਜੇ ਅਸੀਂ ਆਪਣੇ ਦੇਸ਼ ਨੂੰ ਸਿਖਰਾਂ 'ਤੇ ਲੈ ਕੇ ਜਾਣਾ ਹੈ, ਬਾਕੀ ਦੇਸ਼ਾਂ ਵਾਂਗ ਜਿਵੇਂ ਉਹ 200-200 ਸਾਲ ਸਾਡੇ ਤੋਂ ਅੱਗੇ ਚੱਲ ਰਹੇ ਨੇ, ਜੇ ਉਹਨਾਂ ਦੇ ਬਰਾਬਰ ਪਹੁੰਚਣਾ ਹੈ ਤਾਂ ਸੰਵਿਧਾਨ ਸਾਨੂੰ ਖੁਦ ਲਾਗੂ ਕਰਨਾ ਪਏਗਾ। ਲੀਡਰਾਂ ਨੇ ਤਾਂ ਕਰਨਾ ਹੀ ਕਰਨਾ, ਸਾਨੂੰ ਵੀ ਕਰਨਾ ਪੈਣਾ। ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਜਿਹੜੇ ਸਾਡੇ ਉੱਤੇ ਕਰਜ਼ ਚੜ੍ਹਾਏ ਹੋਏ ਨੇ, ਉਹ ਕਰਜ਼ ਨੂੰ ਅਸੀਂ ਉਤਾਰ ਤਾਂ ਨਹੀਂ ਸਕਦੇ, ਪਰ ਉਹ ਕਰਜ਼ ਦਾ ਅਸੀਂ ਫਾਇਦਾ ਜ਼ਰੂਰ ਲੈ ਸਕਦੇ ਹਾਂ। ਬਾਬਾ ਸਾਹਿਬ ਇਕੱਲੇ ਸੀ ਬਾਬਾ ਸਾਹਿਬ ਕਰੋੜਾਂ ਲੋਕਾਂ 'ਤੇ ਭਾਰਤੀ ਸੰਵਿਧਾਨ ਲਾਗੂ ਕਰਵਾ ਕੇ। ਅਸੀਂ ਤਾਂ ਕਰੋੜਾਂ ਲੋਕ ਹਾਂ ਬਾਬਾ ਸਾਹਿਬ ਦੇ, ਅਸੀਂ ਆਪਣੇ 'ਤੇ ਸੰਵਿਧਾਨ ਕਿਉਂ ਨਹੀਂ ਲਾਗੂ ਕਰਵਾ ਸਕਦੇ? ਕਿਉਂਕਿ ਅਸੀਂ ਆਪਸ ਦੇ ਵਿੱਚ ਇਕੱਠੇ ਨਹੀਂ ਹਾਂ। ਅਸੀਂ ਤਾਂ ਆਪਸ ਦੇ ਵਿੱਚ ਧੜੇਬੰਦੀਆਂ ਬਣਾ ਕੇ, ਆਪਸ ਦੇ ਵਿੱਚ ਅਸੀਂ ਪਾਰਟੀਆਂ ਬਣਾ ਕੇ, ਆਪਸ ਦੇ ਵਿੱਚ ਅਸੀਂ ਜਥੇਬੰਦੀਆਂ ਬਣਾ ਕੇ ਵੰਡੇ ਹੋਏ ਹਾਂ। ਜਿਸ ਦਿਨ ਅਸੀਂ ਇੱਕ ਹੋ ਗਏ, ਸੰਵਿਧਾਨ ਦੇ ਅੰਡਰ ਚੱਲਣ ਲੱਗ ਗਏ, ਸੰਵਿਧਾਨ ਦੀ ਰੂਪ ਰੇਖਾ ਦੇ ਥੱਲੇ ਆ ਗਏ, ਇੱਕ ਹੋ ਗਏ, ਤਾਂ ਸਾਡੇ ਦੇਸ਼ ਦਾ ਸੰਵਿਧਾਨ ਉਸ ਦਿਨ ਆਪਣੇ ਆਪ ਲਾਗੂ ਹੋ ਜਾਏਗਾ। ਇਹ ਲਾਗੂ ਤਾਂ ਹੀ ਨਹੀਂ ਹੋਣ ਦਿੰਦੇ ਕਿਉਂਕਿ ਸਾਨੂੰ ਇਹਨਾਂ ਨੇ ਪਾੜ ਕੇ ਰੱਖਿਆ ਹੋਇਆ। ਜੇ ਹੋਰ ਦੇਸ਼ਾਂ ਵਾਂਗ ਅਸੀਂ ਅੱਗੇ ਵਧਣਾ ਫੁੱਲਣਾ ਹੈ ਤਾਂ ਸਾਨੂੰ ਵੀ ਸੰਵਿਧਾਨ ਲਾਗੂ ਕਰਨਾ ਪਏਗਾ।